ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਹਰਿ ਸਿਉ ਜੁਰੈ ਤਾਂ ਸਭ ਕੋ ਮੀਤ, ਹਰਿ ਸਿਉ ਜੁਰੈ ਤਾਂ ਨੇਹ ਚਲ ਚੀਤ। ਹਰਿ ਸਿਉ ਜੁਰੈ ਨ ਵਿਆਪੈ ਕਾੜਾ, ਹਰਿ ਸਿਉ ਜੁਰੈ ਤਾਂ ਹੋਏ ਨਿਸਤਾਰਾ। ਹਰਿ ਸਿਉ ਜੁਰੈ ਤਾਂ ਸਭ ਕੋ ਮੀਤ, ਹਰਿ ਸਿਉ ਜੁਰੈ ਤਾਂ ਨਿਚਲ ਚੀਤ। ਹਰਿ ਸਿਉ ਜੁਰੈ ਨ ਵਿਆਪੈ ਕਾੜਾ, ਹਰਿ ਸਿਉ ਜੁਰੈ ਤਾਂ ਹੋਏ ਨਿਸਤਾਰਾ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ। ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀ ਗਵਾਰ। ਹਰਿ ਕਾ ਦਾਸ ਨੀਚ ਕੁਲ ਸੁਣਹਿ, ਤਿਨ ਕੈ ਸੰਗ ਖਿਨ ਮੈਂ ਉਦਰਹਿ। ਕੋਟ ਮਜਨ ਜਾਂ ਕੈ ਸੁਣ ਨਾਮ, ਕੋਟ ਪੂਜਾ ਜਾਂ ਕੈ ਹੈ ਧਿਆਨ। ਕੋਟ ਪੁੰਨ ਸੁਣ ਹਰਿ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਮਨ ਆਪਣੇ ਮੈਂ ਫਿਰ ਚੇਤ, ਬਿਨ ਸਜਾਹੇ ਮਾਇਆ ਕੇ ਹੇਤ। ਹਰਿ ਅਵਨਾਸੀ ਤੁਮਰੈ ਸੰਗ, ਮਨ ਮੇਰੇ ਰਚ ਰਾਮ ਕੈ ਰੰਗ। ਜਾਂ ਕੈ ਕਾਮ ਉਤਰੈ ਸਭ ਭੂਖ, ਤਾਂ ਕੈ ਕਾਮ ਨਾ ਜੋਹੇ ਦੂਤ। ਜਾਂ ਕੈ ਕਾਮ ਤੇਰਾ ਵਡ ਗਮਰ, ਜਾਂ ਕੈ ਕਾਮ ਹੋਵਹਿ ਤੂੰ ਅਮਰ। ਜਾਂ ਕੇ ਚਾਕਰ ਕੋ ਨਹੀਂ ਡਾਨ, ਜਾਂ ਕੇ ਚਾਕਰ ਕੋ ਨਹੀਂ ਬਾਨ। ਜਾਂ ਕੈ ਦਫਤਰ ਪੁੱਛੈ ਨਾ ਲੇਖਾ, ਤਾਂ ਕੀ ਚਾਕਰੀ ਕਰਹੁ ਵਿਸੇਖਾ। ਜਾਂ ਕੈ ਊਨ ਨਾਹੀ ਕਾਹੂ ਬਾਤ, ਇਕ ਹੈ ਆਪ ਅਨੇਕ ਹੈ ਭਾਤ। ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਮਨ ਮੇਰੇ ਕਰਤਾ ਕੀ ਘਾਲ। ਨਾ ਕੋ ਚਾਤਰ ਨਾਹੀ ਕੋ ਮੂੜਾ, ਨਾ ਕੋ ਹੀਣ ਨਾਹੀ ਕੋ ਸੂਰਾ। ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਜਿਤ ਕੋ ਲਾਇਆ ਤਿਤ ਹੀ ਲਾਗਾ,
ਸੋ ਸੇਵਕ ਨਾਨਕ ਜਿਸ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਨੱਕ ਮਸਤਕ ਕਰਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਇਤ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅਸ਼ਟਪਦੀਆਂ 8 ਪਦਿਆਂ ਵਾਲੇ ਸ਼ਬਦ ਹਨ। ਮਹਾਰਾਜ ਜੀ 238 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੁਸ਼ੋਭਿਤ 238 ਅੰਗ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਰਿ ਸਿਉ ਜੁਰੈ ਤਾਂ ਸਭ ਕੋ ਮੀਤ। ਇੱਕ ਇੱਕ ਪਦੇ ਦੇ ਵਿੱਚ ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ, ਕਿ ਜਦ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਦੀ ਬਿਰਤੀ ਜੁੜ ਜਾਵੇ, ਹਰਿ ਸਿਉ ਜੁਰੈ, ਕਿ ਜਦੋਂ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਚਿੱਤ ਦੀ ਬਿਰਤੀ ਜੁੜ ਜਾਵੇ, ਤਾਂ ਸਭ ਕੋ ਮੀਤ, ਤਾਂ ਸਭ ਕੋਈ ਮੀਤ ਮਿੱਤਰ ਹੋ ਜਾਂਦਾ ਹੈ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸੰਗਤਾਂ ਨੂੰ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ, ਜਦੋਂ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਦੀ ਬਿਰਤੀ ਜੁੜ ਜਾਵੇ ਤਾਂ ਸਭ ਕੋਈ ਮਿੱਤਰ ਹੋ ਜਾਂਦਾ ਹੈ, ਸਾਰੇ ਮਿੱਤਰ ਲੱਗਣ ਲੱਗ ਜਾਂਦੇ ਹਨ। ਹਰਿ ਸਿਉ ਜੁਰੈ ਤਾਂ ਨਿਹਚਲ ਚੀਤ, ਜਦੋਂ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਦੀ ਬਿਰਤੀ ਜੁੜ ਜਾਵੇ ਤਾਂ ਨਿਹਚਲ ਚੀਤ, ਤਾਂ ਉਸੇ ਵੇਲੇ ਚੀਤ ਚਿੱਤ ਅਚਲ ਹੋ ਜਾਂਦਾ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਜਦੋਂ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਦੀ ਬਿਰਤੀ ਜੁੜ ਜਾਵੇ ਤਾਂ ਨਿਹਚਲ ਚੀਤ, ਤਾਂ ਉਸੇ ਵੇਲੇ ਚਿੱਤ ਹੈ ਜਿਹੜਾ ਨਿਹਚਲ ਅਚਲ ਹੋ ਜਾਂਦਾ ਹੈ, ਨਾ ਚਲੇ ਜਾਣ ਵਾਲਾ ਹੋ ਜਾਂਦਾ ਹੈ, ਕਿਸੇ ਪਾਸੇ ਫਿਰ ਦੌੜਦਾ ਨਹੀਂ, ਇੱਕ ਥਾਂ ਟਿਕ ਜਾਂਦਾ ਹੈ। ਪਾਰੇ ਵਾਂਗ ਮਨ ਹੈ ਜਿਹੜਾ ਇਹ ਚੰਚਲ ਹੈ, ਜੋ ਪਾਰਾ ਹੁੰਦਾ ਹੈ, ਇਹ ਮਨ ਹੈ ਜਿਹੜਾ ਪਾਰੇ ਵਾਂਗ ਚੰਚਲ ਹੈ ਕਿ ਉਹ ਸੋਧੇ ਹੋਏ ਪਾਰੇ ਵਾਂਗ ਅਚਲ ਹੋ ਜਾਂਦਾ ਹੈ। ਜਿਹੜਾ ਪਾਰਾ ਸੋਧਾ ਹੁੰਦਾ ਹੈ ਉਹ ਬਰਤਨ ਦੇ ਯੋਗ ਹੋ ਜਾਂਦਾ ਹੈ, ਫਿਰ ਇਹ ਚੰਚਲ ਨਹੀਂ ਰਹਿੰਦਾ ਕਿ ਜਿੱਧਰ ਨੂੰ ਨੀਵਾਂ ਥਾਂ ਹੈ ਉਧਰ ਨੂੰ ਢਲ ਜਾਣਾ, ਫਿਰ ਇਹ ਨਹੀਂ ਬਣਦਾ।
ਇਸੇ ਕਰਕੇ ਮਹਾਰਾਜ ਜੀ ਕਹਿਣ ਲੱਗੇ, ਹਰਿ ਸਿਉ ਜੁਰੈ ਤਾਂ ਨਿਹਚਲ ਚੀਤ। ਹੇ ਭਾਈ, ਜਦੋਂ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਦੀ ਬਿਰਤੀ ਜੁੜ ਜਾਵੇ ਤਾਂ ਉਸੇ ਵੇਲੇ ਚਿੱਤ ਅਚਲ ਹੋ ਜਾਂਦਾ ਹੈ, ਪਾਰੇ ਵਾਂਗ ਨੀਵੇਂ ਪਾਸੇ, ਭਾਵ ਹੋਰ ਪਾਸੇ ਨਹੀਂ ਜਾਂਦਾ। ਤਾਂ ਪਰਮੇਸ਼ਰ ਦੇ ਨਾਲ ਜਦੋਂ ਜੁੜ ਜਾਂਦਾ ਹੈ ਇਹ ਮਨ, ਫਿਰ ਹੋਰ ਕਿਸੇ ਪਾਸੇ ਦੌੜਦਾ ਨਹੀਂ, ਹੋਰ ਕਿਸੇ ਪਾਸੇ ਇਹ ਚਲਾਏਮਾਨ ਨਹੀਂ ਹੁੰਦਾ। ਹਰਿ ਸਿਉ ਜੁਰੈ ਨਾ ਵਿਆਪੈ ਕਾੜਾ। ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜਦੋਂ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਜੁੜ ਜਾਵੇ, ਇਹ ਮਨ ਜੁੜ ਜਾਵੇ, ਤਾਂ ਕਿਸੇ ਪ੍ਰਕਾਰ ਦਾ ਕਾੜਾ ਝੋਰਾ ਨਹੀਂ ਵਿਆਪਦਾ, ਫਿਰ ਝੋਰਾ ਨਹੀਂ ਰਹਿੰਦਾ। ਕਿਸੇ ਵੀ ਕਿਸਮ ਦਾ ਜੀਵ ਨੂੰ ਜਦੋਂ ਝੋਰਾ ਹੁੰਦਾ ਹੈ ਤਾਂ ਉਹ ਮੁੱਕ ਜਾਂਦਾ ਹੈ। ਜਦੋਂ ਇਸ ਜੀਵ ਦਾ ਮਨ ਚਿੱਤ ਹਰੀ ਅਕਾਲ ਪੁਰਖ ਦੇ ਨਾਲ ਜੁੜ ਜਾਵੇ, ਫਿਰ ਸਾਰੇ ਝੋਰੇ ਮੁੱਕ ਜਾਂਦੇ ਹਨ। ਹਰਿ ਸਿਉ ਜੁਰੈ ਤਾਂ ਹੋਏ ਨਿਸਤਾਰਾ। ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਜੁੜ ਜਾਵੇ, ਇਸ ਜੀਵ ਦਾ ਮਨ ਜੁੜ ਜਾਵੇ, ਤਾਂ ਪਰਮੇਸ਼ਰ ਦੇ ਨਾਲ ਬਿਰਤੀ ਜੁੜ ਜਾਵੇ, ਤਾਂ ਹੋਏ ਨਿਸਤਾਰਾ। ਤਾਂ ਇਸ ਦੁਨੀਆ 'ਚੋਂ ਨਿਸਤਾਰਾ ਤਰਨਾ ਭਾਵ ਮੁਕਤ ਹੋ ਜਾਂਦਾ ਹੈ, ਫਿਰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ। ਮਹਾਰਾਜ ਗੁਰੂ ਅਰਜਨ ਦੇਵ ਸਮਝਾ ਰਹੇ ਹਨ ਕਿ ਇਹ ਭਾਈ, ਇਸ ਮਨ ਨੂੰ ਸਮਝਾਉਣਾ ਕਰ, ਕਹਿ ਕਿ ਹੇ ਮੇਰੇ ਪਿਆਰੇ ਮਨਾ, ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਦੀ ਬਿਰਤੀ ਨੂੰ ਜੋੜਨਾ ਕਰ। ਕਾਜ ਤੁਹਾਰੈ ਨਾਹੀ ਹੋਰ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਹੋਰ ਤੇਰੇ ਕੰਮ ਕਿਸੇ ਅਰਥ ਨਹੀਂ ਹਨ, ਹੋਰ ਕੁਝ ਤੇਰੇ ਕਿਸੇ ਕੰਮ ਨਹੀਂ ਆਉਣਾ। ਇੱਕ ਪਰਮੇਸ਼ਰ ਦਾ ਨਾਮ ਹੀ ਤੇਰੇ ਕੰਮ ਆਉਣ ਵਾਲਾ ਹੈ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ। ਕਿ ਹੇ ਮੇਰੇ ਪਿਆਰੇ ਮਨਾ, ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਚਿੱਤ ਦੀ ਬਿਰਤੀ ਨੂੰ ਜੋੜਨਾ ਕਰ। ਕਾਜ ਤੁਹਾਰੈ ਨਾਹੀ ਹੋਰ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਹੋਰ ਤੁਹਾਰੈ ਤੇਰੇ ਕੰਮ ਕਿਸੇ ਅਰਥ ਨਹੀਂ ਹਨ, ਹੋਰ ਕੁਝ ਤੇਰੇ ਕਿਸੇ ਕੰਮ ਨਹੀਂ ਹੈ। ਜੇ ਕੰਮ ਹੈ ਤੇਰੇ ਵਾਸਤੇ ਤਾਂ ਪਰਮੇਸ਼ਰ ਦਾ ਨਾਮ ਜਪਣਾ, ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਜੋੜ ਕੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰਨੀ, ਜਿਸ ਨੇ ਤੈਨੂੰ ਖਾਣ ਪੀਣ ਨੂੰ ਦਿੱਤਾ ਹੈ, ਹੰਡਾਉਣ ਨੂੰ ਦਿੱਤਾ ਹੈ। ਜੋ ਸਰੀਰ ਦੀਆਂ ਲੋੜਾਂ ਹਨ ਉਸ ਪਰਮੇਸ਼ਰ ਨੇ ਪੂਰੀਆਂ ਕੀਤੀਆਂ ਹਨ। ਫਿਰ ਉਸ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਨੂੰ ਜੋੜਨਾ ਕਰ। ਜਿੰਨੀ ਵੀ ਵਸਤੂ ਸਰੀਰ ਨੂੰ ਚਾਹੀਦੀ ਹੈ ਉਹ ਵਸਤੂ ਪਰਮੇਸ਼ਰ ਨੇ ਦਿੱਤੀ ਹੋਈ ਹੈ। ਤੈਨੂੰ ਸਰੀਰ ਦਿੱਤਾ ਹੈ, ਸਰੀਰ ਨੂੰ ਚਲਾਉਣ ਵਾਸਤੇ ਸਭ ਵਸਤੂਆਂ ਦਿੱਤੀਆਂ ਹਨ, ਖਾਣ ਪੀਣ ਨੂੰ ਹੰਡਾਉਣ ਨੂੰ ਦਿੱਤਾ ਹੈ। ਤਾਂ ਜੋ ਹਵਾ ਹੈ, ਜੋ ਆਕਾਸ਼ ਦੇ ਵਿੱਚੋਂ ਤੈਨੂੰ ਮਿਲਦੀ ਹੈ, ਜਿਸ ਦੇ ਨਾਲ ਸਵਾਸ ਚੱਲਦੇ ਹਨ, ਉਹ ਪਰਮੇਸ਼ਰ ਦੀ ਦਿੱਤੀ ਹੋਈ ਹੈ। ਜੋ ਸੰਬੰਧੀ ਮਿਲੇ ਹਨ, ਪੂਰਵ ਜਨਮ ਕੇ ਮਿਲੇ ਸੰਜੋਗੀ, ਜਿਹੜੇ ਪਿਛਲੇ ਜਨਮਾਂ ਦੇ ਕਰਕੇ ਸੰਜੋਗ ਹੋਇਆ ਹੈ, ਜਿਸਾਂ ਦੀ ਇੱਕ ਦੂਜੇ ਦੇ ਨਾਲ ਪਰੋਵਸਤ ਹੁੰਦੀ ਹੈ, ਸਹਾਇਤਾ ਕਰਦੀ ਹੈ, ਉਹ ਪਰਮੇਸ਼ਰ ਆਪ ਵਸ ਕੇ ਕਰ ਰਿਹਾ ਹੈ। ਪਰਮੇਸ਼ਰ ਦਾ ਜੋ ਕਿਰਪਾ ਹੋਈ ਹੈ, ਇੱਥੇ ਇਕੱਠੇ ਹੋਏ ਹਾਂ। ਤਾਂ ਮਹਾਰਾਜ ਜੀ ਕਹਿਣ ਲੱਗੇ ਕਿ ਹੇ ਭਾਈ, ਉਸ ਵਾਹਿਗੁਰੂ ਦੇ ਨਾਲ ਚਿੱਤ ਦੀ ਬਿਰਤੀ ਜੋੜਨਾ ਕਰ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾ ਹੋਰ ਤੇਰੇ ਕੰਮ ਕਿਸੇ ਅਰਥ ਨਹੀਂ ਹਨ, ਹੋਰ ਕੁਝ ਤੇਰੇ ਕੰਮ ਨਹੀਂ ਆਵੇਗਾ।
ਪਰਮੇਸ਼ਰ ਦਾ ਨਾਮ ਹੀ ਤੇਰੇ ਕੰਮ ਆਵੇਗਾ। ਵੱਡੇ ਵੱਡੇ ਜੋ ਦੁਨੀਆਦਾਰ, ਕਾਹੂ ਕਾਜ ਨਾਹੀ ਗਵਾਰ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ, ਜੋ ਵੱਡੇ ਵੱਡੇ ਮਾਇਆ ਧਾਰੀ ਤੈਨੂੰ ਦਿਸਦੇ ਹਨ, ਵੱਡੇ ਵੱਡੇ ਜੋ ਦੁਨੀਆਦਾਰ, ਕਿ ਹੇ ਭਾਈ ਜੋ ਵੱਡੇ ਵੱਡੇ ਮਾਇਆ ਧਾਰੀ ਤੈਨੂੰ ਦਿਸਦੇ ਹਨ, ਦੁਨੀਆਦਾਰ ਦੁਨੀਆ ਦੇ ਪਦਾਰਥਾਂ ਦੇ ਧਣੀ ਮਾਲਕ ਦਿਸਦੇ ਹਨ। ਕਾਹੂ ਕਾਜ ਨਾਹੀ ਗਵਾਰ, ਹੇ ਗਵਾਰ, ਹੇ ਮੂਰਖ ਬੇਸਮਝ ਮਨ, ਅੰਤ ਨੂੰ ਕਿਸੇ ਪਦਾਰਥ ਨੇ ਤੇਰੇ ਕਿਸੇ ਕਾਜ ਕਿਸੇ ਕੰਮ ਨਹੀਂ ਆਉਣਾ। ਜਦੋਂ ਇੱਥੇ ਜਾਣਾ ਪਏਗਾ ਕਿ ਉਸ ਸਮੇਂ ਹੇ ਬੇਸਮਝ ਮੂਰਖ ਮਨਾ, ਅੰਤ ਨੂੰ ਕਿਸੇ ਪਦਾਰਥਾਂ ਨੇ ਤੇਰੇ ਕਿਸੇ ਕੰਮ ਨਹੀਂ ਆਉਣਾ। ਹਰ ਕਾ ਦਾਸ ਨੀਚ ਕੁਲ ਸੁਣਹੇ, ਤਿਸ ਕੈ ਸੰਗ ਖਿਨ ਮੈਂ ਉਦਰਹੇ। ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਰ ਕਾ ਦਾਸ ਨੀਚ ਕੁਲ ਸੁਣਹੇ, ਤਿਸ ਕੈ ਸੰਗ ਖਿਨ ਮੈਂ ਉਦਰੇ। ਕਿ ਦੂਸਰੇ ਪਾਸੇ ਭਾਵੇਂ ਤੂੰ ਹਰੀ ਅਕਾਲ ਪੁਰਖ ਦਾ ਦਾਸ ਸੇਵਕ ਨੀਚ ਨੀਵੀਂ ਕੁਲ ਵਾਲਾ ਸੁਣ ਲਵੇਂ, ਤਿਸ ਕੈ ਸੰਗ ਖਿਨ ਮੈਂ ਉਦਰਹੇ, ਕਿ ਤਿਸ ਕੈ ਉਸ ਦੇ ਨਾਲ ਉਸ ਦੇ ਸੰਗ ਭਾਵ ਉਸ ਦੀ ਸੰਗਤ ਕਰਕੇ ਇੱਕ ਛਿਨ ਵਿੱਚ ਹੀ ਉਦਰਹੇ ਮੁਕਤ ਹੋ ਜਾਏਗਾ। ਹਰ ਕਾ ਦਾਸ ਨੀਚ ਕੁਲ ਸੁਣਹੇ, ਕਿ ਦੂਸਰੇ ਪਾਸੇ ਭਾਵੇਂ ਤੂੰ ਹਰੀ ਅਕਾਲ ਪੁਰਖ ਦਾ ਦਾਸ ਸੇਵਕ ਨੀਵੀਂ ਕੁਲ ਵਾਲਾ ਸੁਣ ਲਵੇਂ, ਕਿ ਮੈਂ ਨੀਵੀਂ ਕੁਲ ਵਾਲਾ ਹਾਂ, ਪਰ ਉਸੇ ਦੇ ਨਾਲ ਭਾਵ ਉਸ ਦੀ ਸੰਗਤ ਕਰਕੇ ਪਰਮੇਸ਼ਰ ਦੀ ਸੰਗਤ ਕਰਕੇ ਇੱਕ ਖਿਨ ਵਿੱਚ ਹੀ ਮੁਕਤ ਹੋ ਜਾਵੇਗਾ। ਕੋਟ ਮੱਜਨ ਜਾਂ ਕੈ ਸੁਣ ਨਾਮ, ਜਿਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਕੋਟ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਕੋਟ ਮੱਜਨ ਜਾਂ ਕੈ ਸੁਣ ਨਾਮ, ਕਿ ਜਿਸ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਕੋਟ ਪੂਜਾ ਜਾਂ ਕਾ ਹੈ ਧਿਆਨ, ਕਿ ਜਿਸ ਵਾਹਿਗੁਰੂ ਦੇ ਧਿਆਨ ਵਿੱਚ ਜੁੜਨੇ ਕਰਕੇ ਕਰੋੜਾਂ ਪੂਜਾ ਹੋ ਜਾਂਦੀਆਂ ਹਨ। ਕੁਝ ਅਧੂਰਾਪਣ ਨਹੀਂ ਰਹਿੰਦਾ, ਸਭ ਕੁਝ ਪੂਰਨ ਹੋ ਜਾਂਦਾ ਹੈ। ਕੋਟ ਪੁੰਨ ਸੁਣ ਹਰਿ ਕੀ ਬਾਣੀ। ਮਹਾਰਾਜ ਜੀ ਕਹਿਣ ਲੱਗੇ ਪਰਮੇਸ਼ਰ ਦੀ ਧੁਰ ਕੀ ਬਾਣੀ ਸੁਣਨ ਨਾਲ ਕਰੋੜਾਂ ਪੁੰਨਾਂ ਦੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਕੋਟ ਪੁੰਨ ਸੁਣ ਹਰਿ ਕੀ ਬਾਣੀ, ਕਿ ਹੇ ਭਾਈ ਪਰਮੇਸ਼ਰ ਦੀ ਧੁਰ ਕੀ ਬਾਣੀ ਸੁਣਨ ਨਾਲ ਕਰੋੜਾਂ ਪੁੰਨਾਂ ਦੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਕੋਟ ਫਲਾ ਗੁਣ, ਕੋਟ ਫਲਾ ਗੁਰ ਤੇ ਵਿਦ ਜਾਣੀ, ਉਸ ਪੁਰਖ ਨੂੰ ਕਰੋੜਾਂ ਫਲ ਪ੍ਰਾਪਤ ਹੁੰਦੇ ਹਨ ਜਿਹੜਾ ਪਰਮੇਸ਼ਰ ਦੀ ਧੁਰ ਕੀ ਬਾਣੀ ਸੁਣਦਾ ਹੈ। ਕਿ ਇਸ ਵਿਦ ਇਸ ਜੁਗਤੀ, ਇਹ ਜੁਗਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅਸੀਂ ਗੁਰੂ ਸਾਹਿਬ ਜੀ ਤੋਂ ਜਾਣਨਾ ਕੀਤੀ ਹੈ। ਕਰੋੜਾਂ ਫਲ ਪ੍ਰਾਪਤ ਹੁੰਦੇ ਹਨ ਜਿਹੜੇ, ਤੇ ਬਾਣੀ ਸੁਣਨ ਦੇ ਨਾਲ ਕਰੋੜਾਂ ਪੁੰਨਾਂ ਦੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਇਹ ਵਿਦ ਗੁਰ ਤੇ ਜਾਣੀ ਅਸੀਂ ਗੁਰੂ ਸਾਹਿਬ ਜੀ ਤੋਂ ਜਾਣਨਾ ਕੀਤੀ ਹੈ। ਮਨ ਆਪਣੇ ਮੈਂ ਫਿਰ ਫਿਰ ਚੇਤ, ਹੇ ਮੇਰੇ ਮਨਾ ਤੂੰ ਆਪਣੇ ਆਪ ਵਿੱਚ ਫਿਰ ਫਿਰ ਕੇ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰਨਾ ਕਰ, ਯਾਦ ਕਰਿਆ ਕਰ। ਮਨ ਆਪਣੇ ਮੈਂ ਫਿਰ ਫਿਰ ਚੇਤ, ਹੇ ਮੇਰੇ ਮਨਾ ਤੂੰ ਆਪਣੇ ਆਪ ਵਿੱਚ ਮੁੜ ਮੁੜ ਕੇ ਫਿਰ ਫਿਰ ਕੇ ਵਾਹਿਗੁਰੂ ਨੂੰ ਚੇਤੇ ਕਰ, ਯਾਦ ਕਰ। ਕਿ ਜਿਹੜਾ ਮਾਇਆ ਦੇ ਨਾਲ ਹੇਤ ਕਰਦਾ ਹੈ, ਪ੍ਰੇਮ ਕਰਦਾ ਹੈ, ਬਿਨ ਸਜਾਹੇ ਮਾਇਆ ਕੇ ਹੇਤ
ਕਿ ਜਿਹੜਾ ਮਾਇਆ ਦੇ ਨਾਲ ਹੇਤ ਪ੍ਰੇਮ ਕਰਦਾ ਹੈ, ਅੰਤ ਨੂੰ ਇਹ ਸਭ ਮਾਇਆ ਦੇ ਪਦਾਰਥ ਨਾਸ ਹੋ ਜਾਣਗੇ। ਮਾਇਆ ਦੇ ਜੋ ਪਦਾਰਥ ਹਨ ਇਹ ਅੰਤ ਨੂੰ ਨਾਸ ਹੋ ਜਾਣਗੇ। ਜਿਹੜਾ ਮਾਇਆ ਦੇ ਨਾਲ ਪ੍ਰੇਮ ਕਰਦਾ ਹੈ ਕਿ ਮਹਾਰਾਜ ਜੀ ਕਹਿਣ ਲੱਗੇ ਮਾਇਆ ਤੋਂ ਇਕੱਠੇ ਹੋਏ ਜਿਹੜੇ ਪਦਾਰਥ ਹਨ ਇਹ ਖਤਮ ਹੋ ਜਾਣਗੇ, ਨਾਸ ਹੋ ਜਾਣਗੇ। ਹੇ ਮੇਰੇ ਮਨਾ, ਤੂੰ ਆਪਣੇ ਆਪ ਨੂੰ ਮੁੜ ਮੁੜ ਕੇ ਵਾਹਿਗੁਰੂ ਨੂੰ ਯਾਦ ਕਰ, ਚੇਤੇ ਕਰ। ਹਰ ਅਬਨਾਸੀ ਤੁਮਰੈ ਸੰਗ। ਹੇ ਮਨਾ, ਅਬਨਾਸੀ ਨਾਸ ਤੋਂ ਰਹਿਤ ਪਰਮੇਸ਼ਰ ਸਦਾ ਹੀ ਤੇਰਾ ਅੰਗ ਸੰਗ ਬਸਦਾ ਹੈ। ਅਬਨਾਸੀ ਨਾਸ ਤੋਂ ਰਹਿਤ ਅਕਾਲ ਪੁਰਖ ਤੇਰੀਆਂ ਕਰਤੂਤਾਂ ਨੂੰ ਜਾਣਨ ਵਾਲਾ ਹੈ। ਹਰ ਵਕਤ ਤੇਰੇ ਸੰਗ ਹੈ, ਤੇਰੇ ਨਾਲ ਹੈ। ਜੋ ਵੀ ਤੂੰ ਦਿਨ ਰਾਤ ਦੇ ਵਿੱਚ ਕਰਤੂਤਾਂ ਕਰਦਾ ਹੈ ਉਹ ਤੇਰੀਆਂ ਕਰਤੂਤਾਂ ਨੂੰ ਜਾਣਨ ਵਾਲਾ ਹੈ। ਹਰ ਅਬਨਾਸੀ ਤੁਮਰੈ ਸੰਗ, ਮਨ ਮੇਰੇ ਰਚ ਰਾਮ ਕੈ ਰੰਗ। ਹੇ ਮੇਰੇ ਪਿਆਰੇ ਮਨਾ, ਉਸ ਰਾਮ, ਉਸ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਇੱਕ ਚਿੱਤ ਹੋ ਕੇ ਰਚਨਾ ਕਰ ਕਿ ਉਸ ਦੇ ਨਾਲ ਇੱਕ ਮਿੱਕ ਹੋ ਕੇ ਉਸ ਨੂੰ ਚੇਤੇ ਕਰ। ਜਾਂ ਕੈ ਕਾਮ ਉਤਰੈ ਸਭ ਭੂਖ। ਜਾਂ ਕੈ ਜਿਸ ਵਾਹਿਗੁਰੂ ਦੇ ਨਾਮ ਸਿਮਰਨ ਕਰਕੇ ਸਭ ਪਦਾਰਥਾਂ ਦੀ ਭੁੱਖ ਉਤਰ ਜਾਂਦੀ ਹੈ। ਜਾਂ ਕੈ ਕਾਮ ਉਤਰੈ ਸਭ ਭੂਖ, ਜਿਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ ਸਭ ਪਦਾਰਥਾਂ ਦੀ ਭੁੱਖ ਉਤਰ ਜਾਂਦੀ ਹੈ। ਭਾਵ ਤ੍ਰਿਸ਼ਨਾ ਆਦ ਭੁੱਖ ਲੈ ਜਾਂਦੀ ਹੈ। ਜਾਂ ਕੈ ਕਾਮ ਨਾ ਜੋਹੇ ਦੂਤ, ਕਿ ਜਿਸ ਵਾਹਿਗੁਰੂ ਦੇ ਸਿਮਰ ਰੂਪੀ ਕਾਮ ਕੰਮ ਕਰਨ ਕਰਕੇ ਤੇਰੇ ਵੱਲ ਜਮਦੂਤ ਜੋ ਨਹੀਂ ਸਕਦੇ, ਦੇਖ ਨਹੀਂ ਸਕਦੇ, ਕਿ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ ਤੇ ਸਭ ਪਦਾਰਥਾਂ ਦੀ ਭੁੱਖ ਉਤਰ ਜਾਏਗੀ। ਭਾਵ ਤ੍ਰਿਸ਼ਨਾ ਆਦਿਕ ਭੁੱਖ ਲੈ ਜਾਂਦੀ ਹੈ। ਜਿਸ ਵਾਹਿਗੁਰੂ ਦੇ ਸਿਮਰ ਰੂਪੀ ਕੰਮ ਕਰਕੇ ਤੇਰੇ ਵੱਲ ਜਮਦੂਤ ਦੇਖ ਵੀ ਨਹੀਂ ਸਕਦੇ। ਜਾਂ ਕੈ ਕਾਮ ਤੇਰਾ ਵੱਡ ਗਮਰ। ਮਹਾਰਾਜ ਜੀ ਕਹਿਣ ਲੱਗੇ ਜਿਸ ਵਾਹਿਗੁਰੂ ਦੇ ਭਗਤੀ ਰੂਪੀ ਕੰਮ ਕਰਨ ਕਰਕੇ ਤੇਰਾ ਵੱਡਾ ਗਮਰ, ਵੱਡਾ ਪ੍ਰਤਾਪ ਹੋ ਜਾਏਗਾ। ਜਾਂ ਕੈ ਕਾਮ ਤੇਰਾ ਵੱਡ ਪ੍ਰਤਾਪ। ਹੇ ਭਾਈ, ਜਿਸ ਵਾਹਿਗੁਰੂ ਦੀ ਭਗਤੀ ਰੂਪੀ ਕਿਰਤ ਕਰਨ ਦੇ ਨਾਲ, ਕੰਮ ਕਰਨ ਦੇ ਨਾਲ, ਕਮਾਈ ਕਰਨ ਦੇ ਨਾਲ ਤੇਰਾ ਵੱਡਾ ਗਮਰ ਪ੍ਰਤਾਪ ਹੋ ਜਾਏਗਾ। ਜਾਂ ਕੈ ਕਾਮ ਹੋਵਹਿ ਤੂੰ ਅਮਰ, ਕਿ ਜਿਸ ਵਾਹਿਗੁਰੂ ਦੇ ਨਾਮ ਰੂਪੀ ਕੰਮ ਕਰਨ ਕਰਕੇ ਤੂੰ ਅਮਰ, ਮਰਨ ਤੋਂ ਰਹਿਤ ਹੋ ਜਾਵੇਂਗਾ। ਭਾਵ ਸੰਸਾਰ ਤੋਂ ਮੁਕਤ ਹੋ ਜਾਏਗਾ। ਜਾਂ ਕੈ ਚਾਕਰ ਕੋ ਨਾਹੀ ਡਾਨ। ਜਿਸ ਵਾਹਿਗੁਰੂ ਦੇ ਚਾਕਰ ਸੇਵਕ ਨੂੰ ਕੋਈ ਵੀ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ ਆਦਿਕ ਦੰਡ ਨਹੀਂ ਲੱਗ ਸਕਦਾ। ਜਾਂ ਕੇ ਚਾਕਰ ਕੋ ਨਹੀਂ ਡਾਨ, ਕਿ ਜਿਸ ਵਾਹਿਗੁਰੂ ਦੇ ਚਾਕਰ ਸੇਵਕ ਨੂੰ ਕੋਈ ਵੀ ਲੋਕ ਦੰਡ, ਪਿੱਤਰ ਦੰਡ, ਦੇਵ ਦੰਡ ਆਦਿਕ ਦੰਡ ਨਹੀਂ ਲੱਗਦਾ। ਜਾਂ ਕੇ ਚਾਕਰ ਕੋ ਨਹੀਂ ਬਾਣ, ਕਿ ਜਿਸ ਵਾਹਿਗੁਰੂ ਦੇ ਸੇਵਕ ਨੂੰ ਕਿਸੇ ਪ੍ਰਕਾਰ ਦਾ ਬਾਣ ਬੰਧਨ ਨਹੀਂ ਰਹਿੰਦਾ। ਜਿਸ ਵਾਹਿਗੁਰੂ ਦੇ ਸੇਵਕ ਨੂੰ ਕਾਮ ਆਦਿਕ ਦਾ ਬਾਣ, ਤੀਰ ਨਹੀਂ ਲੱਗ ਸਕਦਾ। ਜਾਂ ਕੈ ਦਫ਼ਤਰ ਪੁੱਛੈ ਨਾ ਲੇਖਾ। ਜਿਸ ਵਾਹਿਗੁਰੂ ਦੇ ਦਫ਼ਤਰ ਵਿੱਚ ਸੇਵਕ ਕੋਲੋਂ ਲੇਖਾ, ਹਿਸਾਬ ਕਿਤਾਬ ਨਹੀਂ ਪੁੱਛਿਆ ਜਾ ਸਕਦਾ। ਤਾਂ ਕਿ ਚਾਕਰੀ ਕਰਹੋ ਵਸੇਖਾ, ਕਿ ਉਸ ਵਾਹਿਗੁਰੂ ਦੀ ਵਸੇਖਾ ਵਿਸ਼ੇਸ਼ ਕਰਕੇ ਬੰਦਗੀ ਰੂਪੀ ਚਾਕਰੀ, ਬੰਦਗੀ ਰੂਪੀ ਨੌਕਰੀ ਕਰਨਾ ਕਰ। ਕਿ ਜਿਸ ਵਾਹਿਗੁਰੂ ਦੇ ਦਫ਼ਤਰ ਵਿੱਚ ਸੇਵਕ ਕੋਲੋਂ ਲੇਖਾ, ਹਿਸਾਬ ਕਿਤਾਬ ਨਹੀਂ ਪੁੱਛਿਆ ਜਾਂਦਾ, ਕਿ ਉਸ ਵਾਹਿਗੁਰੂ ਦੀ ਵਿਸ਼ੇਸ਼ ਕਰਕੇ ਬੰਦਗੀ ਰੂਪੀ ਨੌਕਰੀ ਕਰਨਾ ਕਰ। ਜਾਂ ਕੈ ਊਨ ਨਾਹੀ ਕਾਹੂ ਬਾਤ। ਜਿਸ ਵਾਹਿਗੁਰੂ ਦੇ ਘਰ ਵਿੱਚ
किसे बात किसे गल दी ऊन थोड़ नहीं है। जाकै ऊन नाही काहूँ बात, जिस वाहिगुरु दे घर विच किसे गल दी थोड़ नहीं है। एक है आप अनेक है भांत, के एक है इको ही आप परमेश्वर निर्गुण अद्वैत रूप है। ਅਤੇ ਆਪ ਹੀ ਸਰਗੁਣ ਸਰੂਪ ਧਾਰ ਕੇ ਬਹੁਤ ਤਰ੍ਹਾਂ ਦੇ ਕੌਤਕਾਂ ਨੂੰ ਕਰਨ ਵਾਲਾ ਹੈ। ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਜਿਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਹਮੇਸ਼ਾ ਨਿਹਾਲ ਹੋਈਦਾ ਹੈ। ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ, ਜਿਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਹਮੇਸ਼ਾ ਨਿਹਾਲ ਹੋਈਦਾ ਹੈ, ਦੁੱਖਾਂ ਤੋਂ ਰਹਿਤ ਹੋਈਦਾ ਹੈ। ਮਨ ਮੇਰੇ ਕਰਤਾ ਕੀ ਘਾਲ, ਹੇ ਮੇਰੇ ਪਿਆਰੇ ਮਨਾ, ਉਸ ਵਾਹਿਗੁਰੂ ਦੀ ਪ੍ਰਾਪਤੀ ਲਈ ਕਮਾਈ ਕਰਨਾ ਕਰ। ਉਸ ਪਰਮੇਸ਼ਰ ਦੀ ਸਿਫਤ ਸਲਾਹ ਵਡਿਆਈ ਕਰ, ਨਾਮ ਜਪ ਕੇ ਜਿਸ ਕਮਾਈ ਕਰਨ ਕਰਕੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਣ ਕਰਕੇ ਹਮੇਸ਼ਾ ਨਿਹਾਲ ਹੋ ਜਾਈਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ। ਨਾ ਕੋ ਚਾਤਰ ਨਾਹੀ ਕੋ ਮੂੜਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਨਾ ਕੋ ਚਾਤਰ ਨਾਹੀ ਕੋ ਮੂੜਾ, ਨਾ ਕੋ ਹੀਣ ਨਾਹੀ ਕੋ ਸੂਰਾ। ਕਿ ਸ਼ਬਦ ਦੀ ਕਮਾਈ ਕਰਕੇ ਅੰਦਰ ਗਿਆਨ ਹੋ ਜਾਂਦਾ ਹੈ। ਗਿਆਨ ਹੋਣੇ ਕਰਕੇ ਨਾ ਕੋਈ ਚਾਤਰ ਸਿਆਣਾ ਹੈ ਅਤੇ ਨਾ ਹੀ ਕੋਈ ਮੂੜਾ ਮੂਰਖ ਹੈ, ਅਤੇ ਨਾ ਹੀ ਕੋਈ ਹੀਣ ਕਮਜ਼ੋਰ ਹੈ, ਨਾ ਹੀ ਕੋਈ ਸੂਰਮਾ ਹੈ। ਜਿਸ ਨੂੰ ਪਰਮੇਸ਼ਰ ਦੀ ਕਮਾਈ ਕੀਤੀ ਹੈ, ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਕਿ ਸ਼ਬਦ ਦੀ ਕਮਾਈ ਕਰਕੇ ਅੰਦਰ ਗਿਆਨ ਹੋਇਆ ਹੈ, ਜਿਸ ਦੇ ਕਿ ਨਾ ਕੋਈ ਸਿਆਣਾ, ਨਾ ਕੋਈ ਮੂੜਾ ਮੂਰਖ ਅਤੇ ਨਾ ਹੀ ਕੋਈ ਹੀਣ ਕਮਜ਼ੋਰ, ਨਾ ਹੀ ਕੋਈ ਸੂਰਮਾ ਹੈ। ਸਾਰੇ ਉਸ ਪਰਮੇਸ਼ਰ ਦੇ ਫਿਰ ਸੇਵਕ ਹੀ ਦਿਸਦੇ ਹਨ। ਜਿਤ ਕੋ ਲਾਇਆ ਤਿਤ ਹੀ ਲਾਗਾ, ਸੋ ਸੇਵਕ ਨਾਨਕ ਜਿਸ ਭਾਗਾ। ਮਹਾਰਾਜ ਜੀ ਬੜੇ ਹੀ ਵਿਸਤਾਰ ਦੇ ਨਾਲ ਸਮਝਾ ਰਹੇ ਹਨ। ਜਿਤ ਕੋ ਲਾਇਆ, ਜੀਵ ਦੀ ਪਰਵਿਰਤੀ ਅਨੁਸਾਰ ਜਿਤ ਕੋ ਜਿੱਧਰ ਨੂੰ ਕੋਈ ਲਾਇਆ ਹੈ, ਜਿਤ ਕੋ ਲਾਇਆ ਤਿਤ ਹੀ ਲਾਗਾ। ਜੀਵ ਦੀ ਪਰਵਿਰਤੀ ਅਨੁਸਾਰ ਜਿੱਧਰ ਨੂੰ ਕੋਈ ਪਰਮੇਸ਼ਰ ਨੇ ਲਾਇਆ ਹੈ, ਤਿਤ ਹੀ ਉਸ ਪਾਸੇ ਹੀ ਇਹ ਜੀਵ ਲੱਗਿਆ ਹੋਇਆ ਹੈ। ਸੋ ਸੇਵਕ ਨਾਨਕ ਜਿਸ ਭਾਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਸ ਦੇ ਵੱਡੇ ਭਾਗ ਹਨ, ਉਹ ਹੀ ਸੱਚੇ ਵਾਹਿਗੁਰੂ ਦੇ ਦਾਸ ਬਣੇ ਹੋਏ ਹਨ। ਜੀਵ ਦੀ ਪਰਵਿਰਤੀ ਅਨੁਸਾਰ ਜਿੱਧਰ ਕੋਈ ਪਰਮੇਸ਼ਰ ਨੇ ਲਾਇਆ ਹੈ, ਉਸੇ ਪਾਸੇ ਹੀ ਜੀਵ ਲੱਗਿਆ ਹੋਇਆ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਸ ਦੇ ਵੱਡੇ ਭਾਗ ਹਨ, ਉਹ ਹੀ ਸੱਚੇ ਪਾਤਸ਼ਾਹ ਦਾ ਸੇਵਕ ਦਾਸ ਬਣਿਆ ਹੈ। ਗੌੜੀ ਮਹੱਲਾ ਪੰਜਵਾ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ। ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਹੇ ਭਾਈ, ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਜੀਵਨ ਇਉਂ ਹੈ ਜਿਵੇਂ ਸਰਪ ਸੱਪ ਦੀ ਆਰ ਜਾਰੀ ਉਮਰ ਹੁੰਦੀ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਕਥਨ ਕੀਤਾ ਹੈ ਬਾਣੀ ਦੁਆਰਾ। ਕਹਿਣ ਲੱਗੇ, ਹੇ ਭਾਈ, ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਇਹ ਜੀਵ ਦਾ ਜਿਹੜਾ ਜੀਵਨ ਹੈ ਉਹ ਇਉਂ ਹੈ ਜਿਵੇਂ ਸੱਪ ਦੀ ਉਮਰ ਹੁੰਦੀ ਹੈ। ਉਮਰ ਦੇ ਵਧਣ ਨਾਲ ਸੱਪ ਦੀ ਜ਼ਹਿਰ ਵੀ ਵੱਧ ਜਾਂਦੀ ਹੈ। ਇਸੇ ਪ੍ਰਕਾਰ ਇਸ ਜੀਵ ਦੀ ਕਿ ਜਿਹੜੀ ਉਮਰ ਹੈ ਉਹ ਸੱਪ ਦੀ ਉਮਰ ਵਰਗੀ ਉਮਰ ਹੈ, ਜੇ ਇਹ ਜੀਵ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਹੈ। ਕਿ
ਇੱਕ ਆਰ ਜਾਰੀ ਅਜਗਰ ਸੱਪ ਹੁੰਦੇ ਹਨ, ਜੋ ਕਿ ਬੱਕਰੇ ਆਦਿਕਾਂ ਨੂੰ ਨਿਗਲ ਜਾਂਦੇ ਹਨ, ਤੁਰ ਫਿਰ ਨਹੀਂ ਸਕਦੇ, ਜ਼ਹਿਰ ਕਰਕੇ ਦੁਖੀ ਬਹੁਤ ਹੁੰਦੇ ਹਨ। ਇਸੇ ਤਰ੍ਹਾਂ ਜਿਵੇਂ ਆਮ ਕਹਾਵਤ ਹੈ ਕਿ ਉਮਰ ਲੱਖਾਂ ਕਾਗਾਂ ਦੀ ਕਰੋੜਾਂ ਨਾਗਾਂ ਦੀ, ਕਿ ਕਾਂ ਦੀ ਉਮਰ ਲੱਖਾਂ ਵਰ੍ਹਿਆਂ ਦੀ ਗਿਣੀ ਗਈ ਹੈ ਤੇ ਨਾਗ ਦੀ ਉਮਰ ਸੱਪ ਦੀ ਕਰੋੜਾਂ ਵਰ੍ਹਿਆਂ ਦੀ ਗਿਣੀ ਗਈ ਹੈ। ਇਸ ਜੀਵ ਦੀ ਭਾਵੇਂ ਕਿਤਨੀ ਵੀ ਵੱਡੀ ਉਮਰ ਹੋ ਜਾਏ, ਜੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਹੈ ਤਾਂ ਸੱਪ ਦੀ ਉਮਰ ਵਰਗੀ ਉਮਰ ਕਹੀ ਹੈ ਮਹਾਰਾਜ ਜੀ ਨੇ। ਤਿਉ ਜੀਵ ਹੈ ਸਾਕਤ ਨਾਮ ਵਿਸਾਰੀ, ਕਿ ਤਿਵੇਂ ਸਾਕਤ ਪੁਰਖ ਮਨਮੁਖ ਪੁਰਸ਼ ਨਾਮ ਨੂੰ ਵਿਸਾਰ ਕੇ ਭੁਲਾ ਕੇ ਅਜਗਰ ਸੱਪ ਦੀ ਨਿਆਈ ਵਿਸ਼ਿਆਂ ਰੂਪੀ ਜ਼ਹਿਰ ਦੇ ਭਰੇ ਜੀਵਨ ਜਿਉਂਦੇ ਹਨ। ਤਿਉ ਜੀਵ ਹੈ ਸਾਕਤ ਨਾਮ ਵਿਸਾਰੀ, ਕਿ ਜਿਹੜਾ ਪਰਮੇਸ਼ਰ ਦੇ ਨਾਮ ਦੇ ਸਿਮਰ ਤੋਂ ਬਗੈਰ ਹੈ, ਕਿ ਉਹ ਸਾਕਤ ਪੁਰਖ ਮਨਮੁਖ ਪੁਰਖ ਨਾਮ ਨੂੰ ਭੁਲਾ ਕੇ ਅਜਗਰ ਸੱਪ ਦੀ ਨਿਆਈ ਵਿਸ਼ਿਆਂ ਰੂਪੀ ਜ਼ਹਿਰ ਦੇ ਭਰੇ ਜੀਵਹਿ ਜਿਉਂਦੇ ਹਨ। ਏਕ ਨਿਮਖ ਜੋ ਸਿਮਰਨ ਮੈਂ ਜੀਆ। ਮਹਾਰਾਜ ਜੀ ਕਹਿਣ ਲੱਗੇ, ਜੋ ਜੀਵ ਇੱਕ ਨਿਮਖ ਛਿਨ ਭਰ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਹੋਇਆ ਹੈ, ਜੀਵਨ ਬਤੀਤ ਕੀਤਾ ਹੈ ਜਿਸ ਮਨੁੱਖ ਨੇ ਜੀਵ ਨੇ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕਿ ਜੋ ਜੀਆ ਜੀਵ ਇੱਕ ਨਿਮਖ ਭਰ ਵੀ, ਇੱਕ ਛਿਨ ਭਰ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਹੈ। ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੀ, ਜੋ ਕੀਨੋ ਸੋ ਲਾਭ, ਕਿ ਇੱਕ ਘੜੀ ਅੱਧੀ ਤੋਂ ਵੀ ਅੱਧੀ ਜਿਸ ਨੇ ਵੀ ਪਰਮੇਸ਼ਰ ਦਾ ਨਾਮ ਸਿਮਰਿਆ ਹੈ, ਉਸ ਨੂੰ ਲਾਭ ਹੀ ਲਾਭ, ਨਫਾ ਹੀ ਨਫਾ ਪ੍ਰਾਪਤ ਹੋਏਗਾ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕਿ ਜੋ ਜੀਵ ਇੱਕ ਨਿਮਖ ਛਿਨ ਭਰ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਜੁੜਿਆ ਹੋਇਆ ਹੋਵੇ, ਕਿ ਜੀਵਨ ਬਤੀਤ ਕਰਦਾ ਹੋਵੇ। ਕੋਟ ਦਿਨ ਸਲਾਖ ਸਦਾ ਥਿਰ ਥੀਆ, ਉਸ ਜੀਵ ਦਾ ਲੱਖਾਂ ਕਰੋੜਾਂ ਦਿਨਸ ਦਿਨ ਇਸਤਤ ਹੋਇਆ ਹੈ। ਭਾਵ ਉਹ ਜੀਵ ਦਾ ਸਦਾ ਵਾਸਤੇ ਜਿਉਂਦਾ ਹੈ, ਉਹ ਜੀਵ ਜਿਸ ਨੇ ਛਿਨ ਮਾਤਰ ਵੀ ਇੱਕ ਅੱਖ ਦੇ ਝਮਕਣ ਦੇ ਸਮੇਂ ਜਿੰਨੀ ਵੀ ਕਿ ਪਰਮੇਸ਼ਰ ਦਾ ਸਿਮਰਨ ਕੀਤਾ ਹੈ, ਉਸ ਜੀਵ ਦਾ ਲੱਖਾਂ ਕਰੋੜਾਂ ਦਿਨ ਇਸਤਤ ਹੋਇਆ ਹੈ। ਭਾਵ ਉਹ ਜੀਵ ਤਾਂ ਸਦਾ ਵਾਸਤੇ ਜਿਉਂਦਾ ਹੈ ਜਿਸ ਨੇ ਇੱਕ ਛਿਨ ਭਰ ਵੀ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਜੀ ਅੱਗੇ ਸਮਝਾ ਰਹੇ ਹਨ। ਬਿਨ ਸਿਮਰਨ ਧਿਰਗ ਕਰਮ ਕਰਾਸ, ਕਿ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੋਰ ਕਰਮ ਕਰਾਸ, ਕਰਮ ਕਰਨ ਨੂੰ ਧਿਰਕਾਰ ਹੈ। ਬਿਨ ਸਿਮਰਨ ਧਿਰਗ ਕਰਮ ਕਰਾਸ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੋਰ ਕਰਮ ਕਰਨ ਨੂੰ ਧਿਰਕਾਰ ਹੈ। ਕਾਗ ਵਤਨ ਵਿਸ਼ਟਾ ਮੈਂ ਬਾਸ, ਮਹਾਰਾਜ ਜੀ ਬੜੇ ਲਾਂਭੇ ਦੇ ਰਹੇ ਹਨ ਕਿ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਹੋਰ ਜਿਹੜੇ ਕਰਮ ਕਰਾਸ ਕਰਮ ਕਰਨੇ ਹਨ, ਧਿਰਕਾਰ ਹੈ। ਕਾਗ ਵਤਨ ਵਿਸ਼ਟਾ ਮੈਂ ਬਾਸ, ਜਿਵੇਂ ਕਾਗ ਕਾਂ ਦਾ ਵਤਨ ਦੇਸ ਰੂੜੀਆਂ ਆਦਿਕ ਹੁੰਦਾ ਹੈ। ਕਾਗ ਵਤਨ, ਜਿਵੇਂ ਕਾਗ ਕਾਂ ਦਾ ਵਤਨ ਦੇਸ ਰੂੜੀਆਂ ਆਦਿਕ ਹੁੰਦੀਆਂ ਹਨ। ਹਰ ਵਕਤ ਕਾਂ ਵਿਸ਼ਟਾ ਗੰਦਗੀ ਵਿੱਚ ਬਾਸ ਵਸਦਾ ਹੈ। ਇਸੇ ਤਰ੍ਹਾਂ ਕਾਂ ਦੀ ਨਿਆਈ ਕਾਲੇ ਚਿੱਤ ਵਾਲੇ ਵਿਸ਼ਈ ਪੁਰਸ਼ਾਂ ਦਾ ਹੱਡ ਚੰਮ ਦਾ ਮੋਹ ਕਰਨਾ, ਇਤਨਾ ਹੀ ਵਤਨ ਇਤਨਾ ਹੀ ਦੇਸ ਹੈ। ਕਾਂ ਦੀ ਨਿਆਈ ਹਰ ਵਕਤ ਵਿਸ਼ਿਆਂ ਵਿੱਚ ਹੀ ਵਾਸਾ ਰਹਿੰਦਾ ਹੈ। ਕਾਂ
ਇਹ ਮਹਾਰਾਜ ਜੀ ਸਮਝਾ ਰਹੇ ਹਨ ਕਿ ਇਹ ਤਨ, ਇਹ ਸਰੀਰ ਕਾਂ ਦਾ ਹੀ ਗਵ ਹੰਕਾਰ ਕਰਦਾ ਹੈ। ਇਹ ਤੂੰ ਵਿਸ਼ਟਾ ਵਿੱਚ ਹੀ ਵਸਦਾ ਹੈ, ਹੋਰ ਤੇਰੇ ਪਾਸ ਕੀ ਹੈ। ਕਾਂ ਦੀ ਨਿਆਈ ਐਸਾ ਕਪਟੀ ਪੁਰਸ਼ ਹੈ, ਜਿਸ ਦੇ ਵਤਨ, ਜਿਸ ਦੇ ਮੂੰਹ ਵਿੱਚ ਪਰਾਈ ਨਿੰਦਿਆ ਰੂਪੀ ਗੰਦਗੀ ਵਸਦੀ ਹੈ। ਵਿਸ਼ਟਾ ਅਸਤ ਰਾਕਤ ਪਰੇਟੇ ਝਾਮ, ਇਸ ਉਪਰ ਲੈ ਰੱਖੇ ਗੁਮਾਨ। ਭਾਈ ਬੰਨੋ ਜੀ ਦੀ ਬੀੜ ਵਿੱਚ ਵੀ ਬਾਤਨ ਦੀ ਜਗ੍ਹਾ ਬਦਨ ਪਾਠ ਹੈ ਕਿ ਵਿਸ਼ਟਾ ਅਸਤ ਰਾਕਤ ਚ ਪਰੇਟੇ ਝਾਮ, ਇਸ ਉਪਰ ਲੈ ਰੱਖੇ ਗੁਮਾਨ। ਕਿ ਇਹ ਸਰੀਰ ਹੈ ਜਿਹੜਾ ਵਿਸ਼ਟਾ ਗੰਦਗੀ ਦਾ ਹੈ, ਇਸ ਦੇ ਉੱਤੇ ਚੰਮ ਲਵੇਟਿਆ ਹੈ ਅਤੇ ਇਸ ਦੇ ਉੱਤੇ ਇਹ ਜੀਵ ਬੜਾ ਹੰਕਾਰ ਕਰਦਾ ਹੈ। ਗੰਦਗੀ ਦੇ ਉੱਤੇ ਚੰਮ ਲਵੇਟਿਆ ਹੋਇਆ ਹੈ। ਇਸ ਉਪਰਲੇ ਰੱਖੇ ਗੁਮਾਨ, ਇਸ ਗੰਦਗੀ ਦੇ ਢੋਲ ਦੇ ਉੱਤੇ ਚੰਮ ਲਵੇਟੇ ਹੋਏ ਦੇ ਬੜਾ ਹੰਕਾਰ ਕਰਦਾ ਹੈ। ਬਿਨ ਸਿਮਰਨ ਭਏ ਕੂਕਰ ਕਾਮ, ਵਾਹਿਗੁਰੂ ਦੇ ਸਿਮਰ ਤੋਂ ਬਗੈਰ ਮਨਮੁਖ ਪੁਰਸ਼ ਕੂਕਰ, ਕੁੱਤਿਆਂ ਵਰਗੀ, ਕੁੱਤਿਆਂ ਵਰਗੇ ਕੰਮਾਂ ਵਿੱਚ ਲੱਗੇ ਹੋਏ ਹਨ। ਬਿਨ ਸਿਮਰਨ ਭਏ ਕੂਕਰ ਕਾਮ, ਵਾਹਿਗੁਰੂ ਦੇ ਸਿਮਰ ਤੋਂ ਬਗੈਰ ਮਨਮੁਖ ਪੁਰਸ਼ ਕੂਕਰ, ਕੁੱਤਿਆਂ ਵਰਗੇ ਕੰਮਾਂ ਵਿੱਚ ਲੱਗੇ ਹੋਏ ਹਨ। ਜਿਵੇਂ ਕੁੱਤੇ ਆਕਾਸ਼ ਵੱਲ ਮੂੰਹ ਕਰਕੇ ਕੂਕਦੇ ਹਨ, ਇਉਂ ਸਵਰਗ ਆਦਿਕ ਦੇ ਸੁੱਖ ਵਾਸਤੇ ਕੂਕਦੇ ਰਹਿੰਦੇ ਹਨ ਇਹ ਜੀਵ ਕਿ ਮੈਨੂੰ ਭੋਗ ਪਦਾਰਥ ਹੋਣ। ਸਾਕਤ ਬੇਸੁਆ ਪੂਤ ਨਿਨਾਮ, ਸਾਕਤ ਬੇਸੁਆ ਪੂਤ ਨਿਨਾਮ, ਕਿ ਸਾਕਤ ਪੁਰਸ਼ ਤਾਂ ਬੇਸਵਾ ਦੇ ਪੁੱਤਰ ਵਰਗਾ ਹੈ, ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦਾ। ਮਹਾਰਾਜ ਜੀ ਉਸ ਜੀਵ ਨੂੰ ਬੜੇ ਉਲਾਂਭੇ ਦੇ ਰਹੇ ਹਨ। ਸਾਕਤ ਬੇਸੁਆ ਪੂਤ ਨਿਨਾਮ, ਸਾਕਤ ਪੁਰਸ਼ ਤਾਂ ਬੇਸਵਾ ਦੇ ਪੁੱਤਰ ਵਰਗਾ ਹੈ, ਜਿਵੇਂ ਬੇਸਵਾ ਦੇ ਪੁੱਤਰ ਦੇ ਪਿਓ ਦਾ ਕੋਈ ਨਿਨਾਮ ਨਾਮ ਨਹੀਂ ਹੁੰਦਾ। ਇਸੇ ਤਰ੍ਹਾਂ ਜੋ ਸਾਕਤ ਪੁਰਸ਼ ਹੈ, ਕਠੋਰ ਚਿੱਤ ਵਾਲਾ ਹੈ, ਨਾਮ ਨਹੀਂ ਜਪਦਾ, ਪਰਮੇਸ਼ਰ ਦੀ ਬਾਣੀ ਨਹੀਂ ਸੁਣਦਾ, ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਕਰਦਾ, ਚਿੱਤ ਦੀ ਬਿਰਤੀ ਨੂੰ ਨਹੀਂ ਜੋੜ ਕੇ ਰੱਖਦਾ, ਕਿ ਉਸ ਦਾ ਗੁਰੂ ਰੂਪ ਪਿਤਾ ਕੋਈ ਨਹੀਂ ਹੁੰਦਾ। ਬਿਨ ਸਿਮਰਨ ਜੈਸੇ ਸੀਂਝ ਛਤਾਰਾ, ਵਾਹਿਗੁਰੂ ਦੇ ਸਿਮਰ ਤੋਂ ਬਗੈਰ ਤਾਂ ਇਉਂ ਹੈ ਜਿਵੇਂ ਛਤਾਰਾ, ਛਤਰਾ ਮੀਢੇ ਦੇ ਸਿੰਗ ਹੁੰਦੇ ਹਨ। ਜਦੋਂ ਛਤਰੇ ਦੇ ਸਿੰਗ ਨਿਕਲਦੇ ਹਨ ਤਾਂ ਇਸ ਨੂੰ ਸਿਰ ਪਾੜਨ ਜਿੰਨੀ ਪੀੜ ਹੁੰਦੀ ਹੈ। ਸਿੰਗ ਜਦੋਂ ਛਤਰੇ ਦੇ ਸਿਰ ਦੇ ਵਿੱਚੋਂ ਨਿਕਲਦੇ ਹਨ, ਸਿਰ ਪਾੜਨ ਜਿੰਨੀ ਇਸ ਨੂੰ ਛਤਰੇ ਨੂੰ ਤਕਲੀਫ ਹੁੰਦੀ ਹੈ। ਫਿਰ ਉਹ ਭਿੜ ਭਿੜ ਕੇ ਹੀ ਸਿੰਗਾਂ ਨੂੰ ਤੋੜ ਲੈਂਦੇ ਹਨ। ਇਸੇ ਤਰ੍ਹਾਂ ਸਿਮਰਨ ਤੋਂ ਬਿਨਾਂ ਜੋ ਜੀਵ ਹਨ, ਉਹਨਾਂ ਦੇ ਛਤਰੇ ਦੇ ਸਿੰਘ ਵਾਂਗੂ ਮਨ ਨੂੰ ਪਾੜ ਪਾੜ ਕੇ ਸੰਕਲਪ ਨਿਕਲਦੇ ਰਹਿੰਦੇ ਹਨ ਮਨ ਦੇ ਵਿੱਚੋਂ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਉਦਾਹਰਨਾਂ ਦੇ ਸਮਝਾ ਰਹੇ ਹਨ। ਬਿਨ ਸਿਮਰਨ ਜੈਸੇ ਸੀਂਝ ਛਤਾਰਾ, ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਤਾਂ ਇਉਂ ਹੈ ਇਹ ਜੀਵ ਜਿਵੇਂ ਛਤਾਰਾ, ਛਤਰਾ, ਮੀਢਾ, ਕਿ ਮੀਢੇ ਦੇ ਸਿੰਗ ਹੁੰਦੇ ਹਨ, ਅਤੇ ਜਦੋਂ ਛਤਰੇ ਦੇ ਮੀਢੇ ਦੇ ਸਿੰਗ ਨਿਕਲਦੇ ਹਨ ਸਿਰ ਦੇ ਵਿੱਚੋਂ ਤਾਂ ਇਸ ਨੂੰ ਸਿਰ ਪਾੜਨ ਜਿੰਨੀ ਪੀੜ ਹੁੰਦੀ ਹੈ। ਫਿਰ ਉਹ ਭਿੜ ਭਿੜ ਕੇ ਹੀ ਸਿੰਗਾਂ ਨੂੰ ਤੋੜ ਲੈਂਦੇ ਹਨ। ਇਸੇ ਤਰ੍ਹਾਂ ਸਿਮਰਨ ਤੋਂ ਬਿਨਾਂ ਜੋ ਜੀਵ ਹਨ, ਉਹਨਾਂ ਦੇ ਛਤਰੇ ਦੇ ਸਿੰਘ ਵਾਂਗੂ ਮਨ ਨੂੰ ਪਾੜ ਪਾੜ ਕੇ ਸੰਕਲਪ ਨਿਕਲਦੇ ਹਨ ਕਿ ਮਨ ਸਿਮਰਨ ਵੱਲ ਨਹੀਂ ਲੱਗਦਾ। ਮਨ ਦੇ ਜਿਹੜੇ ਸੰਕਲਪ ਹਨ ਉਹ ਨਿਕਲਦੇ ਰਹਿੰਦੇ ਹਨ। ਬੋਲਹਿ ਕੂਰ ਸਾਕਤ ਮੁਖ ਕਾਰਾ, ਸਾਕਤ ਪੁਰਸ਼ ਦਾ ਕੂਰ ਝੂਠ ਬੋਲਣੇ ਕਰਕੇ। ਬੋਲਹਿ ਕੂਰ ਸਾਕਤ ਮੁਖ ਕਾਰਾ, ਕਿ ਸਾਕਤ ਪੁਰਸ਼ ਦਾ ਝੂਠ ਬੋਲਣੇ ਕਰਕੇ ਦਰਗਾਹ ਵਿੱਚ ਮੂੰਹ ਕਾਲਾ
ਹੁੰਦਾ ਹੈ। ਬਿਨ ਸਿਮਰਨ ਘਰ ਦਬਕੀ ਨਿਆਈ। ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਸਾਖਤ ਪੁਰਸ਼ ਗਰਦਬ ਹੁੰਦਾ ਹੈ, ਖੋਤੇ ਦੀ ਨਿਆਈ ਹੈ। ਬਿਨ ਸਿਮਰਨ ਗਰਦਬ ਕੀ ਨਿਆਈ, ਕਿ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਸਾਖਤ ਖੋਤੇ ਦੀ ਨਿਆਈ ਹੈ। ਜਿਵੇਂ ਖੋਤੇ ਦਾ ਸੁਭਾਅ ਹੈ ਕਿ ਰੂੜੀ 'ਤੇ ਲੇਟਦਾ ਰਹਿੰਦਾ ਹੈ, ਇਸੇ ਤਰ੍ਹਾਂ ਸਾਖਤ ਪੁਰਸ਼ ਦਾ ਵੀ ਇਹੋ ਹੀ ਸੁਭਾਅ ਹੈ। ਸਾਖਤ ਥਾਨ ਭ੍ਰਿਸ਼ਟ ਫਿਰਾਹੀ। ਇਸੇ ਪ੍ਰਕਾਰ ਸਾਖਤ ਪੁਰਸ਼ ਭ੍ਰਿਸ਼ਟ ਹੁੰਦਾ, ਗੰਦੀਆਂ ਬੇਸਬਾਂ ਆਦਿਕ ਥਾਵਾਂ 'ਤੇ ਫਿਰਦਾ ਹੈ, ਵਿਸ਼ਿਆਂ ਦੀ ਸੁਆਹ 'ਚ ਲੇਟਦਾ ਰਹਿੰਦਾ ਹੈ। ਬਿਨ ਸਿਮਰਨ ਕੂਕਰ ਹਰ ਕਾਇਆ। ਵਾਹਿਗੁਰੂ ਦੇ ਸਿਮਰ ਤੋਂ ਬਿਨਾ ਇਹ ਜੀਵ ਹਰਕਾਇਆ ਹਲਕੇ ਕੂਕਰ ਕੁੱਤੇ ਦੀ ਤਰ੍ਹਾਂ ਹੈ। ਜਿਵੇਂ ਹਲਕੇ ਕੁੱਤੇ ਵਿੱਚ 4 ਔਗਣ ਹੁੰਦੇ ਹਨ। ਕੁੱਤੇ ਦੇ ਵਿੱਚ 4 ਔਗਣ ਹੁੰਦੇ ਹਨ। ਪਹਿਲਾ ਔਗਣ ਪੂਛ ਸਿੱਧੀ ਹੋ ਜਾਂਦੀ ਹੈ, ਮੂੰਹ ਵਿੱਚੋਂ ਝੱਗ ਸੁੱਟਦਾ ਹੈ, ਪਾਣੀ ਕੋਲੋਂ ਡਰਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਕਰਦਾ। ਜਦੋਂ ਇਹ ਕੁੱਤਾ ਹਲਕ ਜਾਂਦਾ ਹੈ ਕਿ ਇਸੇ ਤਰ੍ਹਾਂ ਨਾਮਹੀਣ ਸਾਖਤ ਪੁਰਸ਼ ਵਿੱਚ ਵੀ 4 ਔਗਣ ਹੁੰਦੇ ਹਨ। ਪੂਛ ਸਿੱਧੀ ਇਹੋ ਹੈ ਕਿ ਹੱਥ ਸਿੱਧਾ ਰਹਿਣਾ, ਹਰ ਇੱਕ ਤੋਂ ਮੰਗਦਾ ਹੀ ਰਹਿੰਦਾ ਹੈ। ਸਤਿਪੁਰਖ ਗੁਰੂ ਤੇ ਵਾਹਿਗੁਰੂ ਪਰਮੇਸ਼ਰ ਦੀ ਨਿੰਦਿਆ ਰੂਪੀ ਝੱਗ ਸੁੱਟਦਾ ਰਹਿੰਦਾ ਹੈ। ਸਾਧ ਸੰਗਤ ਰੂਪੀ ਜਲ ਤੋਂ ਡਰਦਾ ਰਹਿੰਦਾ ਹੈ, ਸੰਗਤ ਤੋਂ ਡਰਦਾ ਰਹਿੰਦਾ ਹੈ। ਆਪਣੇ ਪਰਾਏ ਦੀ ਪਛਾਣ ਨਹੀਂ, ਸਭ ਨਾਲ ਹੀ ਠੱਗੀ ਮਾਰਦਾ ਹੈ। ਸਾਖਤ ਲੋਭੀ ਬੰਧ ਨਾ ਪਾਇਆ। ਸਾਖਤ ਕਠੋਰ ਚਿੱਤ ਵਾਲੇ ਲੋਭੀ ਲਾਲਚੀ ਪੁਰਸ਼ ਨੇ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਤੋਂ ਬੰਧ ਨਾ ਪਾਇਆ, ਰੋਕ ਕੇ ਨਹੀਂ ਰੱਖਿਆ ਹੋਇਆ। ਉਸ ਨੇ ਕਿਤੋਂ ਵੀ ਸੰਤੋਖ ਨਹੀਂ ਪਾਉਣਾ ਕੀਤਾ। ਬਿਨ ਸਿਮਰਨ ਹੈ ਆਤਮ ਘਾਤੀ। ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਇਹ ਜੀਵ ਆਤਮ ਘਾਤੀ, ਆਪਣੀ ਖੁਦਕੁਸ਼ੀ ਆਪ ਕਰਨ ਵਾਲਾ ਹੈ। ਬਿਨ ਸਿਮਰਨ ਹੈ ਆਤਮ ਘਾਤੀ, ਕਿ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਇਹ ਜੀਵ ਆਤਮ ਘਾਤੀ, ਆਪਣੀ ਖੁਦਕੁਸ਼ੀ ਕਰਨ ਵਾਲਾ ਹੈ। ਭਾਵ ਜੋ ਇਸ ਦੇ ਅੰਦਰ ਜੀਵ ਆਤਮਾ ਹੈ, ਉਸ ਨੂੰ ਜਦ ਇਹ ਨਾਮ ਦੀ ਖੁਰਾਕ ਨਹੀਂ ਦਿੰਦਾ ਤਾਂ ਇਹ ਆਤਮ ਘਾਤੀ ਹੈ। ਉਸ ਸਾਖਤ, ਉਸ ਨੀਚ, ਉਸ ਨੀਵੇਂ ਕੰਮ ਕਰਨ ਵਾਲੇ ਪੁਰਸ਼ ਦੀ ਸ਼ੁਭ ਗੁਣਾਂ ਵਾਲੀ ਕੁਲ ਨਹੀਂ ਜਾਣੀ ਜਾਂਦੀ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਅਖੀਰਲੇ 8ਵੇਂ ਪਦੇ ਦੇ ਵਿੱਚ ਤਤ ਸਿਧਾਂਤ ਦੀ ਗੱਲ ਸਮਝਾ ਰਹੇ ਹਨ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾਲੂ ਹੋਇਆ ਹੈ, ਉਸ ਜੀਵ ਨੂੰ ਸੱਚੇ ਪਾਤਸ਼ਾਹ ਨੇ ਆਪ ਸਤ ਸੰਗਤ ਵਿੱਚ ਮਿਲਾ ਦਿੱਤਾ ਹੈ। ਕਹੋ ਨਾਨਕ ਗੁਰ ਜਗਤ ਤਰਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਨੂੰ ਸਤਿਗੁਰਾਂ ਨੇ ਜਗਤ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ। ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਿਲਾਇਆ। ਕਹੋ ਨਾਨਕ ਗੁਰ ਜਗਤ ਤਰਾਇਆ। ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾਲੂ ਹੋਇਆ ਹੈ, ਉਸ ਜੀਵ ਨੂੰ ਸੱਚੇ ਪਾਤਸ਼ਾਹ ਨੇ ਆਪ ਸਤ ਸੰਗਤ ਦੇ ਨਾਲ ਮਿਲਾ ਦਿੱਤਾ ਹੈ। ਕਹੋ ਨਾਨਕ ਗੁਰ ਜਗਤ ਤਰਾਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਸ ਨੂੰ ਸਤਿਗੁਰਾਂ ਨੇ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਉਦਾਹਰਨਾਂ ਦੇ ਕੇ ਸਮਝਾਉਣਾ ਕੀਤਾ ਹੈ ਇਸ ਜੀਵ ਨੂੰ ਕਿ ਨਾਮ ਜਪਣਾ ਚਾਹੀਦਾ ਹੈ। ਨਹੀਂ ਨਾਮ ਜਪਣ ਤੋਂ ਬਿਨਾਂ ਇਸ ਜੀਵ ਦੀ ਜ਼ਿੰਦਗੀ ਕਈ ਜੂਨਾਂ ਦੇ ਨਾਲ ਮਿਲਾ ਕੇ ਸਮਝਾਉਣਾ ਕੀਤਾ ਕਿ ਇਸ ਤਰ੍ਹਾਂ ਦੀ ਜ਼ਿੰਦਗੀ ਹੈ ਜੇ ਨਾਮ ਨਹੀਂ ਜਪਦਾ ਇਹ ਜੀਵ। ਮਹਾਰਾਜ ਜੀ ਕਿਰਪਾ ਕਰਨ। ਆਈਆਂ